ਸਤਿ ਸ਼੍ਰੀ ਅਕਾਲ। ਪੰਜਾਬ ਤੱਕ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਨਜੀਤ ਸਹਿਗਲ। ਬੁਲੇਟਿਨ ਵਿੱਚ ਅੱਜ ਗੱਲ ਕਰਾਂਗੇ ਐਮਨੈਸਟੀ ਇੰਟਰਨੈਸ਼ਨਲ ਦੀ। ਐਮਨੈਸਟੀ ਇੰਟਰਨੈਸ਼ਨਲ ਨੇ ਮੰਗ ਕੀਤੀ ਹੈ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੀ ਸਾਈਟਸ ਤੇ ਇੰਟਰਨੈਟ ਦੀ ਬਹਾਲੀ ਕੀਤੀ ਜਾਵੇ ਤੇ ਕਥਿਤ ਤੌਰ 'ਤੇ ਜਿਨ੍ਹਾਂ ਲੋਕਾਂ ਨੂੰ 26 ਜਨਵਰੀ ਦੀ ਵਾਇਲੈਂਸ ਦੇ ਚਲਦਿਆਂ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ। ਫਿਰ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੁਆਇਨ ਕੀਤੀਆਂ ਗਈਆਂ ਦੋ ਪੋਲੀਟੀਕਲ ਟਰਮਸ ਅੰਦੋਲਨ ਜੀਵੀ ਤੇ ਪਰਜੀਵੀ ਨੂੰ ਲੈ ਕੇ ਕਿਉਂ ਇਨ ਦੋ ਟਰਮਸ ਨੂੰ ਲੈ ਕੇ ਪੰਜਾਬ ਦੇ ਪੋਲੀਟੀਸ਼ੀਅਨਸ ਹੁਣ ਆਗ ਬਬੂਲਾ ਹੋ ਗਏ ਨੇ ਤੇ ਇੱਕ ਦੂਜੇ ਤੇ ਹੁਣ ਤਰ੍ਹਾਂ ਦੇ ਆਰੋਪ ਲਾ ਰਹੇ ਨੇ। ਆਓ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤੀਆਂ ਗਈਆਂ ਦੋ ਪੋਲੀਟੀਕਲ ਟਰਮਸ ਨੂੰ ਲੈ ਕੇ ਐਨ ਸੀ ਅੰਦੋਲਨ ਜੀਵੀ ਤੇ ਪਰਜੀਵੀ। ਨਰਿੰਦਰ ਮੋਦੀ ਨੇ ਬਿਨਾਂ ਕਿਸੇ ਦਾ ਨਾਂ ਲੈਂਦੇ ਹੋਇਆ ਦੱਸਿਆ ਸੀ ਕਿ ਕੁਝ ਲੋਕੀ ਨੇ ਜੋ ਕਿਸੇ ਵੀ ਅੰਦੋਲਨ ਦਾ ਹਿੱਸਾ ਬਣ ਜਾਂਦੇ ਨੇ ਤੇ ਉਹ ਅੰਦੋਲਨ ਜੀਵੀ ਨੇ ਤੇ ਉਹਨਾਂ ਨੇ ਜਿਹੜਾ ਕੰਪੈਰੀਜ਼ਨ ਸੀ ਉਹ ਕੀਤਾ ਸੀ ਪੈਰਾਸਾਈਟਸ ਦੇ ਨਾਲ, ਪਰਜੀਵੀ ਕਹਿ ਕੇ। ਉਹਨਾਂ ਦੀ ਸਟੇਟਮੈਂਟ ਤੇ ਬਾਅਦ ਜਿਹੜੇ ਕਿਸਾਨ ਆਗੂ ਨੇ ਜਾਂ ਫਿਰ ਪੰਜਾਬ ਦੇ ਪੋਲੀਟੀਸ਼ੀਅਨ ਨੇ, ਭਾਵੇਂ ਉਹ ਹਰਸਿਮਰਤ ਕੌਰ ਬਾਦਲ ਹੋਣ ਜਾਂ ਫਿਰ ਬਾਕੀ ਦੇ ਪੋਲੀਟੀਸ਼ੀਅਨਸ ਇਨਕਲੂਡਿੰਗ ਭਗਵੰਤ ਮਾਨ, ਇਹਨਾਂ ਨੇ ਬੜੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਭਗਵੰਤ ਮਾਨ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਇਸ ਤਰ੍ਹਾਂ ਦੀ ਟਰਮਸ ਦਾ ਇਸਤੇਮਾਲ ਕਰਨਾ ਬਿਲਕੁਲ ਗਲਤ ਹੈ ਕਿਉਂਕਿ ਧਰਨੇ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਨੇ। ਤੇ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਰਧਾਨ ਮੰਤਰੀ ਤੇ ਡਾਇਰੈਕਟ ਅਟੈਕ ਕੀਤਾ ਸੀ ਤੇ ਦੱਸਿਆ ਸੀ ਕਿ ਜਿਨ੍ਹਾਂ ਨੂੰ ਪਰਜੀਵੀ ਦੱਸਿਆ ਜਾ ਰਿਹਾ ਉਹ ਦਰਅਸਲ ਕਿਸਾਨ ਹੈ, ਅੰਨਦਾਤਾ ਹੈ। ਅੰਨਦਾਤਾ ਪੈਰਾਸਾਈਟ ਨਹੀਂ ਹੋ ਸਕਦਾ। ਹੁਣ ਅੰਦੋਲਨ ਜੀਵੀ ਤੇ ਪਰਜੀਵੀ ਦੀ ਜਿਹੜੀ ਚਰਚਾ ਹੈ ਉਹ ਲੋਕ ਸਭਾ ਤੇ ਜ਼ੋਰ ਪਕੜ ਰਹੀ ਹੈ। ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਵੀ ਪਿੱਛੇ ਨਹੀਂ ਰਹੇ ਤੇ ਉਹਨਾਂ ਨੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਤੇ ਡਾਇਰੈਕਟ ਹਮਲਾ ਬੋਲ ਦਿੱਤਾ ਤੇ ਉਹਨਾਂ ਨੇ ਯੋਗੇਂਦਰ ਯਾਦਵ ਤੇ ਆਰੋਪ ਲਾਇਆ ਕਿ ਜਿਹੜੀ ਵੀ ਅਸੰਤੋਸ਼ ਦੀ ਚਿੰਗਾਰੀ ਛਿੜੀ ਹੋਈ ਹੈ ਉਸ ਲਈ ਯੋਗੇਂਦਰ ਯਾਦਵ ਜ਼ਿੰਮੇਵਾਰ ਹੈ। ਉਹਨਾਂ ਨੇ ਅੱਗ ਲਾਈ ਹੈ ਤੇ ਜੇ ਸਰਕਾਰ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਵੇ ਤੇ ਕਿਸਾਨ ਡਾਇਰੈਕਟ ਸਰਕਾਰ ਦੇ ਨਾਲ ਗੱਲ ਕਰ ਸਕਦਾ। ਬਿੱਟੂ ਨੇ ਯੋਗੇਂਦਰ ਯਾਦਵ ਤੇ ਕਿਉਂ ਹਮਲਾ ਬੋਲਿਆ, ਇਹਦਾ ਕੀ ਕਾਰਨ ਹੈ, ਇਸ ਤੇ ਚਰਚਾ ਕਰਨ ਦੀ ਲੋੜ ਨਹੀਂ, ਲੇਕਿਨ ਉਹਨਾਂ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਦੁਆਰਾ ਦਿੱਤੀਆਂ ਗਈਆਂ ਜਿਹੜੀਆਂ ਪੋਲੀਟੀਕਲ ਟਰਮਸ ਹੈ ਅੰਦੋਲਨ ਜੀਵੀ ਤੇ ਪਰਜੀਵੀ ਉਹਨਾਂ ਨੂੰ ਲੈ ਕੇ ਸੀ। ਤੇ ਕੀ ਮੰਨ ਲਈਏ ਕਿ ਪ੍ਰਧਾਨ ਮੰਤਰੀ ਦਾ ਨਿਸ਼ਾਨਾ ਵੀ ਯੋਗੇਂਦਰ ਯਾਦਵ ਤੇ ਸੀ। ਯੋਗੇਂਦਰ ਯਾਦਵ ਵਰਗੇ ਲੀਡਰਸ ਨੂੰ ਪ੍ਰਧਾਨ ਮੰਤਰੀ ਪੈਰਾਸਾਈਟ ਮੰਨਦੇ ਨੇ, ਉਹਨਾਂ ਨੂੰ ਹੀ ਅੰਦੋਲਨ ਜੀਵੀ ਕਹਿ ਰਹੇ ਸੀ। ਯੋਗੇਂਦਰ ਯਾਦਵ ਦੀ ਜਿਹੜੀ ਤਬੀਅਤ ਹੈ ਉਹ ਨਾਸਾਜ ਹੈ, ਉਹ ਇਸ ਵੇਲੇ ਇੱਕ ਹਸਪਤਾਲ 'ਚ ਭਰਤੀ ਨੇ ਤੇ ਉਹਨਾਂ ਨੇ ਵੀ ਇੱਕ ਫੇਸਬੁੱਕ ਲਾਈਵ ਕਰਦੇ ਹੋਇਆ ਪ੍ਰਧਾਨ ਮੰਤਰੀ ਨੂੰ ਕ੍ਰਿਟਿਸਾਈਜ਼ ਕੀਤਾ ਸੀ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਲਾਇਆ ਕਿ ਤੁਸੀਂ ਵੀ ਕਈ ਅੰਦੋਲਨਾਂ ਦਾ ਹਿੱਸਾ ਰਹਿ ਚੁੱਕੇ ਨੇ ਤੇ ਹੁਣ ਤੁਸੀਂ ਸਾਰੇ ਅੰਦੋਲਨਾਂ ਨੂੰ ਗਲਤ ਦੱਸ ਰਹੇ ਹੋ, ਕਿਸਾਨਾਂ ਨੂੰ ਗਲਤ ਦੱਸ ਰਹੇ ਹੋ। ਤੇ ਯੋਗੇਂਦਰ ਯਾਦਵ ਨੇ ਬਾਰ-ਬਾਰ ਜ਼ੋਰ ਦੇ ਕਰ ਇਹ ਵੀ ਬੋਲਿਆ ਕਿ ਉਹਨਾਂ ਨੂੰ ਗਰਵ ਹੈ ਕਿ ਉਹ ਅੰਦੋਲਨ ਜੀਵੀ ਹੈ। ਉਹਨਾਂ ਨੇ ਕਈ ਸਖਤ ਸ਼ਬਦ ਵੀ ਪ੍ਰਧਾਨ ਮੰਤਰੀ ਨੂੰ ਇਸਤੇਮਾਲ ਕੀਤੇ ਤੇ ਅੰਦੋਲਨ ਜੀਵੀ ਤੇ ਪਰਜੀਵੀ ਨੂੰ ਲੈ ਕੇ ਵਾਦ ਵਿਵਾਦ ਹੋ ਰਿਹਾ। ਪੋਲੀਟੀਸ਼ੀਅਨਸ ਆਪਸ ਵਿੱਚ ਵਾਦ ਵਿਵਾਦ ਕਰ ਰਹੇ ਨੇ, ਇੱਕ ਦੂਜੇ ਤੇ ਆਰੋਪ ਲਾ ਰਹੇ ਨੇ। ਅਸਲ ਵਿੱਚ ਪ੍ਰਧਾਨ ਮੰਤਰੀ ਕਿਹਨੂੰ ਅੰਦੋਲਨ ਜੀਵੀ ਤੇ ਪਰਜੀਵੀ ਕਹਿਣਾ ਚਾਹ ਰਹੇ ਸੀ ਇਹ ਤਾਂ ਸਾਫ਼ ਨਹੀਂ, ਲੇਕਿਨ ਉਹਨਾਂ ਦਾ ਜਿਹੜਾ ਡਾਇਰੈਕਟ ਅਟੈਕ ਸੀ ਉਹ ਯੋਗੇਂਦਰ ਯਾਦਵ ਤੇ ਦੂਜੇ ਜਿਹੜੇ ਲੀਡਰਸ ਨੇ ਜੋ ਮੇਨ ਸਟ੍ਰੀਮ ਫਾਰਮਰ ਯੂਨੀਅਨ ਦੇ ਨਾਲ ਨਹੀਂ ਜੁੜੇ ਹੋਏ ਨੇ ਉਹਨਾਂ ਤੇ ਸੀ। ਯੋਗੇਂਦਰ ਯਾਦਵ ਨੇ ਮੰਨ ਵੀ ਲਿਆ ਕਿ ਉਹ ਅੰਦੋਲਨ ਜੀਵੀ ਹੈ ਤੇ ਉਹਨਾਂ ਨੂੰ ਹੀ ਸਾਹਮਣੇ ਰੱਖ ਕੇ ਇਸ ਤਰ੍ਹਾਂ ਦੀ ਜਿਹੜੀ ਟਰਮ ਸੀ ਉਹ ਕੁਆਇਨ ਕੀਤੀ ਗਿਆ। ਉਹਨਾਂ ਨੂੰ ਕੋਈ ਮੁਗਾਲਤਾ ਨਹੀਂ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਕਿ ਉਹ ਅੰਦੋਲਨ ਜੀਵੀ ਹੈ, ਉਹ ਅੰਦੋਲਨ ਜੀਵੀ ਥੇ ਤੇ ਅੰਦੋਲਨ ਜੀਵੀ ਰਹਿਣਗੇ। ਐਸੀ ਗੱਲ
ਦੋ ਨਵੀਆਂ ਪੋਲੀਟੀਕਲ ਟਰਮਸ ਨੂੰ ਲੈ ਕੇ। ਤੇ ਹੁਣ ਗੱਲ ਕਰਦੇ ਹਾਂ ਐਮਨੈਸਟੀ ਇੰਟਰਨੈਸ਼ਨਲ ਦੀ। ਐਮਨੈਸਟੀ ਇੰਟਰਨੈਸ਼ਨਲ ਮਾਨਵਾਧਿਕਾਰ ਦਾ, ਹਿਊਮਨ ਰਾਈਟਸ ਦਾ ਪੈਰੋਕਾਰ ਇੱਕ ਗੈਰ ਸਰਕਾਰੀ ਸੰਸਥਾ, ਇੱਕ NGO ਹੈ। ਹਾਲਾਂਕਿ ਉਸਨੇ ਪਿਛਲੇ ਸਾਲ ਹੀ ਭਾਰਤ ਵਿੱਚ ਆਪਣੀ ਜਿਹੜੀ ਦੁਕਾਨ ਸੀ ਉਸਨੂੰ ਬੰਦ ਕਰ ਦਿੱਤਾ ਸੀ। ਉਹਦੇ ਅਕਾਊਂਟ ਸੀਜ਼ ਹੋ ਗਏ ਸੀ ਕਿਉਂਕਿ ਕੁਝ ਰੋਂਗ ਡੂਇੰਗਸ ਸਾਹਮਣੇ ਆਈਆਂ ਸੀ। ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਸਰਕਾਰ ਨੂੰ ਕ੍ਰਿਟਿਸਾਈਜ਼ ਕੀਤਾ ਹੈ ਕਿ ਦਿੱਲੀ ਦੇ ਬਾਰਡਰ ਤੇ ਜਿੱਥੇ ਵੀ ਕਿਸਾਨ ਅੰਦੋਲਨ ਹੋ ਰਿਹਾ ਹੈ ਉੱਥੇ ਕਿਸਾਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਤੇ ਰੋਕ ਲਾਈ ਜਾਵੇ ਤੇ ਜਿਹੜਾ ਕ੍ਰੈਕਡਾਊਨ ਸਰਕਾਰ ਨੇ ਕਿਸਾਨਾਂ ਤੇ ਸ਼ੁਰੂ ਕੀਤਾ ਹੋਇਆ ਉਸ ਨੂੰ ਬੰਦ ਕੀਤਾ ਜਾਵੇ, ਕਿਉਂਕਿ ਇਹ ਹਿਊਮਨ ਰਾਈਟਸ ਵਾਇਲੇਸ਼ਨ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਤੁਰੰਤ ਪ੍ਰੋਟੈਸਟ ਵਾਲੀ ਜਿਹੜੀ ਸਾਈਟਸ ਨੇ ਉੱਥੇ ਇੰਟਰਨੈਟ ਦੀ ਬਹਾਲੀ ਦੀ ਮੰਗ ਵੀ ਕੀਤੀ ਹੈ ਕਿ ਤੁਰੰਤ ਇੰਟਰਨੈਟ ਦੀ ਬਹਾਲੀ ਕੀਤੀ ਜਾਵੇ, ਕਿਉਂਕਿ ਇੰਟਰਨੈਟ ਵੀ ਇੱਕ ਬੇਸਿਕ ਹਿਊਮਨ ਰਾਈਟ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ UNHRC ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਿਲ ਦੇ ਵੱਲੋਂ ਇੱਕ ਸ਼ਿਕਾਇਤ ਪਹੁੰਚੀ ਹੈ। ਇਸ ਸ਼ਿਕਾਇਤ ਤੇ UNHRC ਨੇ ਹਾਲੇ ਤੱਕ ਕੁਝ ਦੱਸਿਆ ਨਹੀਂ, ਲੇਕਿਨ ਇਸ ਸ਼ਿਕਾਇਤ 'ਚ 3 ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਭਾਰਤ ਸਰਕਾਰ ਦਿੱਲੀ ਦੀ ਧਰਨਾ ਪ੍ਰਦਰਸ਼ਨ ਸਾਈਟਸ ਤੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰ ਰਹੀ ਹੈ ਤੇ ਸਰਕਾਰ ਨੂੰ ਕੋਈ ਡਾਇਰੈਕਸ਼ਨਸ ਜਾਰੀ ਕੀਤੀਆਂ ਜਾਣ, ਕਿਉਂਕਿ ਕ੍ਰੈਕਡਾਊਨ ਦੇ ਇਲਾਵਾ ਇਹਨਾਂ ਥਾਵਾਂ ਤੇ ਇੰਟਰਨੈਟ ਦੀ ਫੈਸਿਲਿਟੀਜ਼ ਵੀ ਬੰਦ ਕਰ ਦਿੱਤੀਆਂ ਤੇ ਇਸ ਤਰ੍ਹਾਂ ਦੇ ਆਰੋਪ ਸਰਕਾਰ ਤੇ ਲਾਏ ਸੀ। ਹਾਲਾਂਕਿ ਸਰਕਾਰ ਨੇ ਉਹਨਾਂ ਦਾ ਖੰਡਨ ਕੀਤਾ ਸੀ। ਸਰਕਾਰ ਨੇ ਬਿਲਕੁਲ ਸਾਫ਼ ਕੀਤਾ ਸੀ ਕਿ ਇਹ ਜਿਹੜੇ ਐਕਸ਼ਨ ਹੈ, ਭਾਵੇਂ ਉਹ ਇੰਟਰਨੈਟ ਦੀ ਸਸਪੈਂਸ਼ਨ ਹੋਏ ਜਾਂ ਫਿਰ ਹੋਰ, ਇਹ ਸਿਰਫ ਔਰ ਸਿਰਫ ਇਸ ਲਈ ਲਿੱਤਾ ਗਿਆ ਸੀ ਤਾਂ ਕਿ ਜਿਹੜੀਆਂ ਰਿਊਮਰਸ ਨੇ, ਜਿਹੜੀਆਂ ਅਫਵਾਹਾਂ ਨੇ, ਉਹਨਾਂ ਨੂੰ ਰੋਕਿਆ ਜਾ ਸਕੇ। ਇਹ ਜਸਟੀਫਾਈ ਹੋਇਆ ਜਾਂ ਨਹੀਂ ਹੋਇਆ ਇਹ ਗੱਲ ਵੱਖਰੀ ਹੈ, ਲੇਕਿਨ ਸਰਕਾਰ ਤੇ ਕਿਸਾਨਾਂ ਦੇ ਵਿੱਚ ਇੱਕ ਗਤੀਰੋਧ, ਇੱਕ ਡੈਡਲੌਕ ਚੱਲ ਰਿਹਾ। 70 ਦਿਨ ਤੇ ਜ਼ਿਆਦਾ ਦਾ ਪ੍ਰੋਟੈਸਟ ਹੋ ਗਿਆ ਹੈ, ਹਾਲੇ ਤੱਕ ਉਹਦਾ ਕੋਈ ਹੱਲ ਨਹੀਂ ਨਿਕਲਿਆ। ਤੇ ਅਸੀਂ ਅੱਜ ਦਾ ਬੁਲੇਟਿਨ, ਅੱਜ ਦੀ ਡਿਸਕਸ਼ਨ ਤੁਹਾਨੂੰ ਕਿਹੜੀ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਿਓ। ਸਾਨੂੰ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਸੁਜੈਸ਼ਨਸ ਦਾ ਇੰਤਜ਼ਾਰ ਹੈ।